ਤਾਂ ਹੀ ਤਾਂ ਕਿਹਾ ਚਾਰ ਪ੍ਰਸ਼ਨ ਹਮੇਸ਼ਾ ਪੁੱਛੋ। ਹੂ ਐਮ ਆਈ, ਪਹਿਲਾ ਕਿਹੜਾ ਹੈ, ਮੈਂ ਹਾਂ ਕੌਣ, ਕੌਣ ਆ ਮੈਂ। ਤਾਂ ਯਾਦ ਰੱਖੋ, ਜੇ ਉਸਲੇ ਤੁਹਾਡਾ ਨਾਮ ਆਵੇ ਨਾ, ਮੇਰਾ ਆ ਨਾਮ ਆ ਮੈਂ, ਜਾਂ ਕੋਈ ਤੁਹਾਡੀ ਪੇਸ਼ਾ ਆਵੇ, ਆ ਮੇਰਾ ਪੇਸ਼ਾ ਹੈ, ਤਾਂ ਸਮਝ ਲੈ ਤੁਹਾਡਾ ਮਨ ਹੀ ਜਵਾਬ ਦੇ ਰਿਹਾ ਤੁਹਾਨੂੰ, ਹਾਲੇ ਅੰਦਰੋਂ ਜਵਾਬ ਨਹੀਂ ਆ ਰਿਹਾ। ਸਮਝਦੇ ਹੋ ਕਿ ਨਹੀਂ? ਕਿਉਂਕਿ ਜਦੋਂ ਉੱਥੇ ਤੱਕ ਪਹੁੰਚਣਾ ਹੈ ਤਾਂ ਫਿਰ ਬੰਦੇ ਨੇ ਪਾਣਾ ਹੈ ਉੱਥੇ ਇੱਕ ਆਨੰਦ ਹੈ, ਇੱਕ ਸ਼ਾਂਤੀ ਹੈ। ਤਾਂ ਹੀ ਤਾਂ ਕਿਹਾ ਗਿਆ ਹੈ ਕਿ ਜੇ ਪ੍ਰਮਾਤਮਾ ਦੀ ਭਾਸ਼ਾ ਦੀ ਗੱਲ ਕੀਤੀ ਜਾਵੇ ਤਾਂ ਉਹਦੀ ਭਾਸ਼ਾ ਮੌਨ ਹੈ, ਆਨੰਦ ਹੈ। ਜਿੱਥੇ ਆਨੰਦ ਹੀ ਹੈ, ਜਿੱਥੇ ਕੋਈ ਨਾ ਨਾਮ ਹੈ ਨਾ ਕੋਈ ਸ਼ਬਦ ਹੈ। ਹੁਣ ਅਗਲਾ ਪ੍ਰਸ਼ਨ ਕਿਹੜਾ ਪੁੱਛਣਾ ਹੈ? ਅਗਲਾ ਪ੍ਰਸ਼ਨ ਪੁੱਛਣਾ ਹੈ ਵੇਅਰ ਆਈ ਕਮ ਫਰੋਮ। ਜਰਾ ਗੌਰ ਕਰਨਾ, ਇਹਦਾ ਮਤਲਬ ਕੀ ਹੈ? ਮੈਂ ਕਿੱਥੋਂ ਆਇਆ ਹਾਂ? ਜਰਾ ਸੋਚੋ। ਹੁਣ ਅਸੀਂ ਤੁਹਾਨੂੰ ਪੁੱਛੀਏ ਤੁਸੀਂ ਕਿੱਥੋਂ ਆਏ ਹੋ? ਹੁਣ ਫਰਜ਼ ਕਰੋ ਕੋਈ ਜਲੰਧਰ ਤੋਂ ਜੀ ਬੈਠਾ ਹੈ, ਉਹਨਾਂ ਕਹਿਣਾ ਮੈਂ ਜਲੰਧਰ ਤੋਂ ਆਇਆ। ਅੱਛਾ, ਜਲੰਧਰ ਤੋਂ ਆਇਆ? ਜਲੰਧਰ 'ਚ ਤੇਰਾ ਸਰੀਰ ਰਹਿੰਦਾ, ਤੂੰ ਆਇਆ ਕਿੱਥੋਂ ਹੈ? ਕਿੱਥੋਂ ਆਇਆ ਹੈ ਤੂੰ? ਮੈਂ ਮਾਂ ਦੇ ਗਰਭ ਚੋਂ ਆਇਆ ਹਾਂ। ਅੱਛਾ, 9 ਮਹੀਨੇ ਮਾਂ ਦੇ ਗਰਭ 'ਚ ਸੀ, ਉਹ ਤੋਂ ਪਹਿਲਾਂ ਵੀ ਤੂੰ ਕਿਤੇ ਸੀ? ਕਿੱਥੋਂ ਆਇਆ ਹੈ? ਕਿਉਂਕਿ ਕਿਤੇ ਸੀਗਾ ਤਾਂ ਹੀ ਮਾਂ ਦੇ ਗਰਭ 'ਚ ਆਇਆ। ਜੇ ਕਿਤੇ ਹੁੰਦਾ ਹੀ ਨਾ ਤਾਂ ਤੂੰ ਮਾਂ ਦੇ ਗਰਭ 'ਚ ਕਿੱਦਾਂ ਆਣਾ ਸੀ? ਫਿਰ ਮਾਂ ਦੇ ਗਰਭ ਤੋਂ ਬਾਹਰ ਕਿੱਦਾਂ ਆਣਾ ਸੀ? ਫਿਰ ਬਾਹਰੋਂ ਤੈਨੂੰ ਇਹ ਵਜੂਦ ਕਿੱਦਾਂ ਮਿਲਣਾ ਸੀ? ਅੱਜ ਇੱਥੇ ਕਿੱਦਾਂ ਆਣਾ ਸੀ? ਆਇਆ ਮੈਂ ਕਿੱਥੋਂ ਹੈ? ਇਹ ਦੂਸਰਾ ਪ੍ਰਸ਼ਨ ਪੁੱਛੋ ਆਪਣੇ ਆਪ ਨੂੰ, ਮੈਂ ਆਇਆ ਕਿੱਥੋਂ ਹੈ? ਔਰ ਫਿਰ ਤੀਸਰਾ ਪ੍ਰਸ਼ਨ ਕੀ ਪੁੱਛਣਾ ਹੈ? ਵੇਅਰ ਵਿਲ ਆਈ ਗੋ, ਮੈਂ ਜਾਣਾ ਕਿੱਥੇ ਹੈ? ਸਮਝਦੇ ਹੋ ਕਿ ਨਹੀਂ? ਆਇਆ ਕਿੱਥੋਂ ਹੈ, ਮੈਂ ਜਾਣਾ ਕਿੱਥੇ ਹੈ? ਹੁਣ ਤੁਸੀਂ ਕਹੋਗੇ ਜੀ ਮੈਂ ਜਾਣਾ ਜਲੰਧਰ ਜਾਂ ਮੈਂ ਜਾਣਾ ਲੁਧਿਆਣੇ। ਅੱਛਾ, ਜਦੋਂ ਲੁਧਿਆਣੇ ਤੋਂ ਬਾਅਦ ਅੱਗੇ ਕਿੱਥੇ ਜਾਣਾ ਹੈ? ਅੱਗੇ ਤਾਂ ਮੈਂ ਕਿਤੇ ਜਾਣਾ ਹੀ ਨਹੀਂ। ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ, ਸਾਨੂੰ ਯਾਦ ਹੈ ਕਿ ਪਿੰਡ 'ਚ ਇੱਕ ਮੌਤ ਹੋ ਗਈ ਕਿ ਰਿਸ਼ਤੇਦਾਰੀ 'ਚ ਹੀ ਸੀ। ਤਾਂ ਦੇਖਿਆ ਕਿ ਜਿਸ ਆਦਮੀ ਦੀ ਮੌਤ ਹੋਈ ਸੀ ਉਹਦੀ ਪਤਨੀ ਰੋ ਰਹੀ ਹੈ। ਪਤਨੀ ਰੋ ਰਹੀ ਹੈ। ਅਸੀਂ ਪੁੱਛਿਆ ਕਿਉਂ ਰੋ ਰਹੀ ਹੈ? ਕਹਿੰਦੇ ਤੇਰੇ ਚਾਚਾ ਜੀ ਚਲੇ ਗਏ। ਅਸੀਂ ਕਿਹਾ ਚਲੇ ਗਏ, ਉਹਨਾਂ ਨੇ ਆਣਾ ਕਦੋਂ ਨੂੰ ਹੈ? ਕਿਉਂਕਿ ਸਾਨੂੰ ਲੱਗਦਾ ਰੋ ਰਹੇ ਆ, ਚਲੇ ਗਏ, ਆਣਾ ਕਦੋਂ ਨੂੰ ਹੈ? ਹੁਣ ਨਹੀਂ ਆਣਾ ਕਦੀ ਵੀ। ਉਸ ਲਈ ਅਸੀਂ ਸੋਚਿਆ ਇਹਦਾ ਮਤਲਬ ਬੰਦਾ ਇੱਥੇ ਹੁੰਦਾ ਕਿਤੇ ਚਲਾ ਗਿਆ, ਹੋਰ ਹੁਣ ਉਹਨਾਂ ਕਦੀ ਨਹੀਂ ਆਣਾ। ਉਹ ਗਿਆ ਕਿੱਥੇ ਹੈ? ਉਹ ਕਿਹੜੀ ਜਗ੍ਹਾ ਹੈ ਜਿੱਥੇ ਬੰਦਾ ਸੀਗਾ ਔਰ ਚਲਾ ਗਿਆ? ਕਦੀ ਵਿਚਾਰ ਕੀਤਾ ਇਹਦੇ ਬਾਰੇ? ਹੁਣ ਤੁਹਾਡੇ ਘਰ 'ਚ ਕਿਸੇ ਦੀ ਮੌਤ ਹੋ ਜਾਂਦੀ, ਤੁਸੀਂ ਕਹਿੰਦੇ ਹੋ ਚਲਾ ਗਿਆ, ਚਲੀ ਗਈ ਰੂਹ, ਗਈ ਕਿੱਥੇ? ਇਸ ਤੋਂ ਪਹਿਲਾਂ ਕਿ ਤੁਸੀਂ ਵੀ ਚਲੇ ਜਾਵੋ, ਉਹ ਪਹਿਲਾਂ ਹੀ ਸਮਝ ਲਓ ਜਾਣਾ ਕਿੱਥੇ ਹੈ। ਉਹ ਜਗ੍ਹਾ ਦਾ ਪਤਾ ਤਾਂ ਹੋਵੇ ਸਾਨੂੰ ਜਿੱਥੋਂ ਮਰਨ ਤੋਂ ਬਾਅਦ ਸਾਡੀ ਰੂਹ ਨੇ ਜਾਣਾ ਹੈ। ਜੇ ਉਹਦਾ ਪਤਾ ਹੋਏਗਾ ਤਾਂ ਅੱਜ ਹੀ ਉਹਦੇ ਵਾਸਤੇ ਕੁਝ ਤਿਆਰੀ ਕਰ ਲਵਾਂਗੇ। ਤਾਂ ਜੇ ਪਤਾ ਹੀ ਨਾ ਹੋਇਆ ਜਾਣਾ ਕਿੱਥੇ ਹੈ ਤਾਂ ਕੀ ਪਤਾ ਅੱਗੇ ਜਾ ਕੇ ਡਿੱਗਣਾ ਕਿੱਥੇ ਹੈ। ਸਮਝ ਆ ਰਹੀ ਹੈ ਕਿ ਨਹੀਂ? ਵੇਅਰ ਵਿਲ ਆਈ ਗੋ, ਮੈਂ ਜਾਣਾ ਕਿੱਥੇ ਹੈ? ਤੀਸਰਾ ਪ੍ਰਸ਼ਨ ਪੁੱਛੋ, ਆਇਆ ਕਿੱਥੋਂ ਆ? ਕਿਉਂਕਿ ਫਿਰ ਇੱਕ ਵਾਰ ਕਵਾਂਗੇ ਜਦੋਂ ਆਇਆ ਕਿੱਥੋਂ ਆ ਤਾਂ ਉਸਲੇ ਪਿੰਡਾਂ ਦੇ ਨਾਮ ਨਹੀਂ, ਮੈਂ ਫਲਾਣੇ ਪਿੰਡ ਤੋਂ ਆਇਆ। ਅੱਛਾ ਪੁੱਛੋ ਇਹ ਪਿੰਡ 'ਚ ਰਹਿੰਦੇ ਨੂੰ ਕਿੰਨਾ ਚਿਰ ਹੋ ਗਿਆ? 20 ਸਾਲ ਹੋ ਗਏ। ਉਸ ਤੋਂ ਪਹਿਲਾਂ ਮੈਂ ਫਲਾਣੇ ਪਿੰਡ 'ਚ ਰਹਿੰਦਾ ਸੀ, ਉੱਥੇ ਰਹਿੰਦੇ ਨੂੰ 30 ਸਾਲ ਹੋ ਗਏ, ਮੇਰੀ ਉਮਰ 50 ਸਾਲ ਹੈ। ਅੱਛਾ 30 ਸਾਲ ਤੋਂ ਇੱਕ ਪਿੰਡ 'ਚ ਰਹਿ ਰਿਹਾ, 20 ਸਾਲ ਤੋਂ ਇੱਕ ਪਿੰਡ। ਉਸ ਤੋਂ ਪਹਿਲਾਂ ਕਿੱਥੋਂ ਆਇਆ? ਫਿਰ ਮੈਂ ਛੋਟਾ ਹੁੰਦਾ ਸੀ, ਮਾਂ ਦੇ ਗਰਭ 'ਚ ਸੀ। ਉਸ ਤੋਂ ਪਹਿਲਾਂ ਕਿੱਥੋਂ ਆਇਆ? ਮਾਂ ਦੇ ਗਰਭ ਤੋਂ ਪਹਿਲਾਂ ਵੀ ਤੂੰ ਕਿਤੇ ਸੀ, ਕਿੱਥੇ ਸੀ? ਉਹਨੂੰ ਸਮਝਣਾ ਹੈ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ ਹਾਂ ਔਰ ਮੈਂ ਕਿੱਥੇ ਜਾਣਾ ਹੈ। ਇਹ ਤੀਸਰਾ ਪ੍ਰਸ਼ਨ। ਔਰ ਚੌਥਾ ਪ੍ਰਸ਼ਨ ਕੀ ਹੈ ਕਿ ਮੇਰਾ ਇਸ ਦੁਨੀਆ ਤੇ ਆਉਣ ਦਾ ਮਕਸਦ ਕੀ ਹੈ? ਬੋਲੋ, ਸਮਝਦੇ ਹੋ ਕਿ ਨਹੀਂ? ਕਿ what is the purpose of my life? What is the purpose of my life? ਮੇਰੀ ਜ਼ਿੰਦਗੀ ਦਾ ਪਰਪਸ ਕੀ ਹੈ, ਮਕਸਦ ਕੀ ਹੈ, ਉਦੇਸ਼ ਕੀ ਹੈ ਇੱਥੇ ਆਉਣ ਦਾ? ਮੈਂ ਕਿਉਂ ਦੁਨੀਆ ਤੇ ਆਇਆ ਹਾਂ? ਮੈਨੂੰ ਪਰਮਾਤਮਾ ਨੇ ਕਿਉਂ ਦੁਨੀਆ ਤੇ ਭੇਜਿਆ ਹੈ? ਇਹ ਚਾਰ ਪ੍ਰਸ਼ਨ ਅਗਰ ਤੁਸੀਂ ਸਮਝ ਲਏ ਨਾ ਤਾਂ ਤੁਸੀਂ ਪੂਰੀ ਜ਼ਿੰਦਗੀ ਨੂੰ ਸਮਝ ਲਓਗੇ। ਪੂਰੀ ਜ਼ਿੰਦਗੀ ਤੁਹਾਡੇ ਮੂਹਰੇ ਖੁੱਲ ਜਾਏਗੀ। ਔਰ ਇਹੀ ਰਾਜ ਤੁਹਾਨੂੰ ਕਿਤੇ ਬਾਹਰੋਂ ਨਹੀਂ ਮਿਲਣੇ। ਇਹ ਰਾਜ ਜਾਣਨ ਵਾਸਤੇ ਕਾਮਿਲ ਮੁਰਸ਼ਦ, ਕਾਮਿਲ ਫਕੀਰ ਦੀ ਸੋਬਤ 'ਚ ਬਹਿ ਕੇ, ਉਹ ਯੁਕਤੀ ਲੈ ਕੇ, ਉਹ ਮੈਡੀਟੇਸ਼ਨ, ਉਹ ਗਿਆਨ ਦੀ ਯੁਕਤੀ ਲੈ ਕੇ ਆਪਣੇ ਅੰਦਰ ਉਤਰਨਾ ਪੈਣਾ। ਫੇਰ ਹੀ ਬੰਦੇ ਨੂੰ ਪਤਾ ਲੱਗਦਾ ਹੈ ਕਿ ਮੇਰਾ ਜੀਵਨ ਆਇਆ ਕਿੱਥੋਂ ਹੈ, ਜਾਣਾ ਕਿੱਥੇ ਆ, ਮੇਰਾ ਅਸਲੀ ਰੂਪ ਕੀ ਹੈ, ਤਾਂ ਮੇਰੇ ਜੀਵਨ ਦਾ ਮਕਸਦ ਕੀ ਹੈ। ਹੁਣ ਅਸੀਂ ਤੁਹਾਨੂੰ ਜਿੰਨਾ ਮਰਜ਼ੀ ਕਹਿ ਲਈਏ ਤੁਸੀਂ ਪਰਮਾਤਮਾ ਦਾ ਰੂਪ ਹੋ। ਕਿੰਨੇ ਸਤਸੰਗਾਂ 'ਚ ਅਸੀਂ ਕਹੀਦਾ ਹੈ, ਤੁਸੀਂ ਸੁਣਦੇ ਵੀ ਹੋ। ਔਰ ਤੁਹਾਨੂੰ ਪੁੱਛ ਵੀ ਲਵੇ ਕੋਈ, ਹਾਂ ਬਈ ਤੁਸੀਂ ਕੌਣ ਹੋ? ਅਸੀਂ ਤਾਂ ਜੀ ਰੱਬ ਦਾ ਰੂਪ ਹਾਂ, ਯਾਨੀ ਰੱਬ ਦਾ ਨੂਰ ਹਾਂ। ਅੱਛਾ, ਇਹ ਜਾਣਿਆ ਵੀ ਹੈ, ਪਤਾ ਵੀ ਹੈ, ਮਹਿਸੂਸ ਵੀ ਕੀਤਾ, ਦੇਖਿਆ ਵੀ ਹੈ, ਸਵਾਦ ਵੀ ਲਿਆ, ਜਾਂ ਸਿਰਫ ਸੁਣਿਆ ਹੈ? ਸੁਣਿਆ ਹੀ ਹੈ। ਸੁਣਿਆ ਕਿਉਂ ਹੈ?
ਕਿਉਂਕਿ ਮੈਂ ਮਿਹਨਤ ਕੀਤੀ ਨਹੀਂ ਅੰਦਰ ਜਾਣ ਦੀ, ਮੈਂ ਕੋਸ਼ਿਸ਼ ਕੀਤੀ ਨਹੀਂ ਉਹਨੂੰ ਸਮਝਣ ਦੀ, ਮੈਂ ਕੋਸ਼ਿਸ਼ ਕੀਤੀ ਨਹੀਂ ਕਿ ਕਿਸੇ ਨੇ ਦੱਸ ਦਿੱਤਾ ਕਿ ਪੇੜ ਦੇ ਉਹ ਉੱਪਰ ਜਿਹੜਾ ਫਲ ਲੱਗਾ ਬੜਾ ਮਿੱਠਾ ਹੈ, ਤਾਂ ਬਸ ਮੈਂ ਥੱਲੇ ਬੈਠਾ ਕਹਿ ਰਿਹਾ ਫਲ ਬੜਾ ਮਿੱਠਾ, ਫਲ ਬੜਾ ਮਿੱਠਾ। ਕੋਈ ਪੁੱਛੇ ਖਾ ਕੇ ਦੇਖਿਆ? ਨਹੀਂ, ਹਿੰਮਤ ਹੀ ਨਹੀਂ ਕੀਤੀ ਪੇੜ ਤੇ ਚੜ੍ਹਨ ਦੀ, ਹਿੰਮਤ ਹੀ ਨਹੀਂ ਕੀਤੀ। ਡਰ ਲੱਗਦਾ ਹੈ ਕਿਤੇ ਪੇੜ ਤੇ ਚੜ੍ਹ ਕੇ ਲੱਤਾਂ ਨਾ ਟੁੱਟ ਜਾਵੇ, ਇਸ ਲਈ ਦੱਸ ਦਿੱਤਾ ਕਿਸੇ ਨੇ ਮੈਨੂੰ ਜਿਹਨਾਂ ਖਾਧਾ ਸੀ ਕਿ ਫਲ ਬੜਾ ਮਿੱਠਾ, ਬਸ ਮੈਂ ਮੰਨ ਕੇ ਬਹਿ ਗਿਆ। ਹੁਣ ਮੰਨ ਕੇ ਜਿੰਨਾ ਮਰਜ਼ੀ ਬੈਠੋ, ਉਹ ਸਵਾਦ ਤੁਸੀਂ ਕਿਸੇ ਦੀ ਗੱਲ ਸੁਣ ਕੇ ਲੈ ਹੀ ਨਹੀਂ ਸਕਦੇ ਜੋ ਤੁਸੀਂ ਆਪ ਖਾ ਕੇ ਲੈ ਸਕਦੇ ਹੋ। ਇਸ ਲਈ ਅਸੀਂ ਤੁਹਾਨੂੰ ਕਹਿੰਦੇ ਮਿਹਨਤ ਕਰੋ, ਜਾਣੋ ਆਪਣੇ ਅੰਦਰਲੀ ਪਰਮ ਸ਼ਕਤੀ ਨੂੰ ਕਿ ਤੁਸੀਂ ਬਹੁਤ ਬੜੀ ਤਾਕਤ ਦੇ ਅੰਸ਼ ਹੋ, ਬਹੁਤ ਬੜੀ ਤਾਕਤ ਤੋਂ ਤੁਸੀਂ ਪੈਦਾ ਹੋਏ ਹੋ। ਜਦੋਂ ਤੁਸੀਂ ਆਪਣੇ ਅੰਦਰ ਉਸ ਬੈਠੀ ਹੋਈ ਤਾਕਤ ਤੇ ਬਿਲੀਵ ਕਰਨਾ, ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ, ਉਹਨੂੰ ਸਮਝਣਾ ਸ਼ੁਰੂ ਕਰ ਦਿੱਤਾ, ਉਹਦੇ ਨਾਲ ਤੁਹਾਡਾ ਕਨੈਕਸ਼ਨ ਜੁੜਨਾ ਸ਼ੁਰੂ ਹੋ ਗਿਆ, ਤਾਂ ਤੁਹਾਡੇ ਜੀਵਨ 'ਚ ਇੰਨੀਆਂ ਖੁਸ਼ੀਆਂ, ਇੰਨਾ ਆਨੰਦ ਹੋਏਗਾ ਕਿ ਤੁਸੀਂ ਹੈਰਾਨ ਰਹਿ ਜਾਓਗੇ। ਜਦੋਂ ਤੁਸੀਂ ਕਿਸੇ ਨੂੰ ਰੋਂਦਾ ਦੇਖੋਗੇ ਨਾ, ਇਹ ਬੰਦਾ ਰੋ ਰਿਹਾ ਹੈ, ਤੁਸੀਂ ਕਹਿੰਦਾ ਕਿਉਂ ਰੋ ਰਿਹਾ ਹਾਂ? ਮੇਰਾ ਆਹ ਕੰਮ ਇਦਾਂ ਹੋ ਗਿਆ, ਤਾਂ ਤੁਹਾਨੂੰ ਅੰਦਰ ਹੋਏਗਾ ਉਹ ਇੰਨੀ ਕੀ ਗੱਲ ਵਾਸਤੇ ਰੋ ਰਿਹਾ ਹੈ। ਇਹ ਜ਼ਿੰਦਗੀ ਤਾਂ ਆਨੰਦ ਲੈਣ ਵਾਸਤੇ ਹੈ, ਆ ਛੋਟੀ ਮੋਟੀਆਂ ਗੱਲਾਂ ਵਿੱਚ ਵਾਸਤੇ ਰੋਣ ਲਈ ਨਹੀਂ ਹੈ। ਯਾਨੀ ਇਦਾਂ ਹੀ ਲੱਗੇਗਾ ਜਿੱਦਾਂ ਤੁਸੀਂ ਆਨੰਦ 'ਚ ਹੋਵੋ, ਕੋਈ ਰੋਂਦਾ ਹੋਇਆ ਆਵੇ, ਤੁਸੀਂ ਕਹੋ ਕਿਉਂ ਰੋ ਰਿਹਾ ਹੈ? ਉਹ ਇੱਕ ਮੱਛਰ ਲੜ ਗਿਆ ਮੇਰੇ ਤਾਂ ਰੋ ਰਿਹਾ ਹੈ, ਤਾਂ ਤੁਸੀਂ ਕਹਿਣਾ ਲੈ ਇੱਕ ਮੱਛਰ ਤੋਂ ਰੋਈ ਜਾਂਦਾ ਤੂੰ, ਆਹ ਕੋਈ ਰੋਣ ਵਾਲੀ ਗੱਲ ਹੈ? ਬਸ ਇਹੀ ਗੱਲ ਸੰਤ ਫਕੀਰ ਕਹਿੰਦੇ ਐ। ਤੁਸੀਂ ਦੁੱਖ ਦੱਸਦੇ ਹੋ ਮੈਨੂੰ ਆਹ ਪੀੜਾ, ਮੈਨੂੰ ਆਹ ਪਰੇਸ਼ਾਨੀ ਹੈ, ਤਾਂ ਸੰਤਾਂ ਵਾਸਤੇ ਉਹ ਗੱਲ ਇੰਨੀ ਆਸਾਨ ਜਿਹੀ ਹੈ ਕਿ ਮੱਛਰ ਵਿੱਚ ਰੋਣ ਦੀ ਗੱਲ ਕੀ ਹੈ? ਪਰਮ ਸ਼ਕਤੀਸ਼ਾਲੀ ਪਰਮਾਤਮਾ, ਪਰਮਾਨੰਦ ਤੇਰੇ ਅੰਦਰ ਹੈ, ਤਾਂ ਰੋਣ ਦੀ ਗੱਲ ਕੀ ਹੈ? ਹੁਣ ਗੱਲ ਦਰਅਸਲ ਕੀ ਹੈ ਕਿ ਬੰਦਾ ਸਾਰੀ ਜ਼ਿੰਦਗੀ ਬਾਹਰ ਹੀ ਦੌੜਾ ਫਿਰਦਾ ਹੈ, ਸਾਰੀ ਜ਼ਿੰਦਗੀ ਖੁਸ਼ੀਆਂ ਬਾਹਰੋਂ ਲੱਭਦਾ ਹੈ, ਆਨੰਦ ਬਾਹਰੋਂ ਲੱਭਦਾ ਹੈ, ਸ਼ਾਂਤੀ ਬਾਹਰੋਂ ਲੱਭਦਾ ਹੈ। ਇਸ ਲਈ ਬਾਹਰਲੀ ਚੀਜ਼ ਦੀ ਥੋੜੀ ਜਿਹੀ ਵੀ ਕੋਈ ਗੱਲ ਹੁੰਦੀ ਹੈ ਤਾਂ ਬੰਦੇ ਤੇ ਅਸਰ ਪੈਂਦਾ ਹੈ। ਜਿੱਦਾਂ ਸਮਝ ਲਓ ਬੰਦਾ ਬਾਹਰੋਂ ਖੁਸ਼ੀ ਲੱਭ ਰਿਹਾ ਹੈ ਨਾ, ਜੇ ਬਾਹਰੋਂ ਕੋਈ ਛੋਟੀ ਜਿਹੀ ਵੀ ਗੱਲ ਕਰੇਗਾ ਬੰਦੇ ਨੂੰ ਦੁੱਖ ਵੀ ਮਿਲੇਗਾ। ਪਰ ਜਿਹਨੇ ਆਪਣੇ ਅੰਦਰਲੀ ਖੁਸ਼ੀ ਨੂੰ ਜਾਣ ਲਿਆ, ਉਹਨੂੰ ਬਾਹਰ ਫਰਕ ਹੀ ਨਹੀਂ ਪੈਂਦਾ ਕਿ ਬਾਹਰ ਕਿਹੜਾ ਕੀ ਕਰ ਰਿਹਾ ਹੈ, ਬਾਹਰ ਕਿਹੜਾ ਮੈਨੂੰ ਕੀ ਬੋਲ ਰਿਹਾ ਹੈ, ਬਾਹਰ ਕਿਹੜਾ ਕੀ ਕਹਿੰਦਾ ਹੈ, ਕੋਈ ਗਾਲੀ ਦਿੰਦਾ ਹੈ, ਕੋਈ ਫਰਕ ਹੀ ਨਹੀਂ, ਕਿਉਂਕਿ ਅੰਦਰ ਉਹ ਆਨੰਦ ਨਾਲ ਭਰਪੂਰ ਹੈ। ਜਿੱਦਾਂ ਕਿਹਾ ਜਾਂਦਾ ਨਾ ਕਿ ਇੱਕ ਫਕੀਰ ਬੈਠੇ ਹੋਏ ਸੀ, ਤਾਂ ਇੱਕ ਆਦਮੀ ਆਇਆ, ਆ ਕੇ ਕਹਿਣ ਲੱਗਾ ਕਿ ਮਹਾਰਾਜ ਮੇਰੇ ਘਰ ਚਰਨ ਪ੍ਰਵੇਸ਼ ਕਰੋ, ਮੇਰੇ ਘਰ ਚਲੋ, ਚਰਨ ਪਾਓ ਮੇਰੇ ਘਰ 'ਚ, ਮੈਂ ਘਰ ਨਵਾਂ ਬਣਾਇਆ ਹੈ ਔਰ ਮੈਂ ਚਾਹੁੰਦਾ ਤੁਸੀਂ ਘਰ 'ਚ ਚਰਨ ਪਾਓ। ਤਾਂ ਉਸ ਵੇਲੇ ਫਕੀਰਾਂ ਨੇ ਕਿਹਾ ਤੇਰਾ ਘਰ ਤਾਂ ਬਹੁਤ ਹੀ ਸੁੰਦਰ ਹੈ, ਤੇਰੇ ਘਰ 'ਚ ਬੜੀ ਸ਼ਾਂਤੀ ਹੈ, ਤੇਰਾ ਘਰ ਬਹੁਤ ਹੀ ਖੂਬਸੂਰਤ ਹੈ। ਤਾਂ ਉਸ ਵੇਲੇ ਉਹ ਕਹਿੰਦਾ ਮਹਾਰਾਜ ਤੁਸੀਂ ਮੇਰੇ ਘਰ ਗਏ ਨਹੀਂ, ਤੁਸੀਂ ਤਾਂ ਹਾਲੇ ਮੇਰੇ ਘਰ 'ਚ ਚਰਨ ਵੀ ਨਹੀਂ ਪਾਏ, ਤੁਹਾਨੂੰ ਇੱਥੇ ਬੈਠਿਆਂ ਨੂੰ ਕਿੱਦਾਂ ਪਤਾ ਕਿ ਮੇਰਾ ਘਰ ਬੜਾ ਸੁੰਦਰ ਹੈ, ਮੇਰਾ ਘਰ ਬੜਾ ਖੂਬਸੂਰਤ ਹੈ, ਮੇਰੇ ਘਰ 'ਚ ਬੜਾ ਆਨੰਦ ਹੈ, ਤੁਹਾਨੂੰ ਕਿੱਦਾਂ ਪਤਾ? ਉਹ ਫਕੀਰ ਹੱਸੇ। ਫਕੀਰ ਕਹਿੰਦੇ ਸਾਨੂੰ ਇਸ ਲਈ ਪਤਾ ਹੈ ਕਿਉਂਕਿ ਅਸੀਂ ਅੰਦਰੋਂ ਆਨੰਦ ਨਾਲ ਭਰਪੂਰ ਹੈ। ਅਸੀਂ ਜਿੱਥੇ ਵੀ ਜਾਂਦੇ ਆ, ਬਾਹਰਲੇ ਹਾਲਾਤ ਚਾਹੇ ਜੈਸੇ ਮਰਜ਼ੀ ਹੋਣ, ਅਸੀਂ ਮਾੜੀ ਜਗ੍ਹਾ ਵੀ ਬਹਿ ਜਾਈਏ, ਸਾਡੇ ਵਾਸਤੇ ਉਹ ਵੀ ਆਨੰਦ ਹੀ ਹੈ, ਕਿਉਂਕਿ ਅਸੀਂ ਜਦ ਵੀ ਗੱਲ ਕਰਦੇ ਆ ਆਪਣੇ ਅੰਦਰਲੇ ਆਨੰਦ ਦੀ ਕਰਦੇ ਆ ਕਿ ਅਸੀਂ ਜਿੱਥੇ ਵੀ ਜਾਈਏ ਉਹ ਦੁਨੀਆ ਸਾਨੂੰ ਚੰਗੀ ਲੱਗਦੀ ਹੈ। ਹੁਣ ਤੁਸੀਂ ਕੀ ਕਰਦੇ ਹੋ? ਅੰਦਰਲੇ ਆਨੰਦ ਦਾ ਪਤਾ ਨਹੀਂ, ਇਸ ਲਈ ਬਾਹਰਲੀ ਚੀਜ਼ ਹੀ ਦੇਖਦੇ ਰਹਿੰਦੇ ਹੋ। ਬਾਹਰ ਰੰਗ ਇਦਾਂ ਦਾ ਹੋਵੇ ਫਿਰ ਚੰਗਾ, ਬਾਹਰ ਏਸੀ ਚੱਲਦਾ ਹੋਵੇ, ਗਰਮੀ ਬਹੁਤ ਹੈ ਫਿਰ ਅੱਛਾ, ਬਾਹਰ ਆਹ ਚੀਜ਼ ਹੋਵੇ ਫਿਰ ਅੱਛੀ। ਹੁਣ ਉਹ ਚੀਜ਼ ਨਾ ਮਿਲੇ ਬੰਦਾ ਦੁਖੀ ਹੁੰਦਾ ਹੈ, ਮਿਲ ਜਾਵੇ ਬੰਦਾ ਸੁਖੀ ਹੁੰਦਾ ਹੈ, ਯਾਨੀ ਉਹਦਾ ਸੁੱਖ ਚੀਜ਼ਾਂ ਨਾਲ ਜੁੜਿਆ ਹੈ। ਪਰ ਜਿਹਨਾਂ ਅੰਦਰਲੇ ਆਨੰਦ ਨੂੰ ਜਾਣ ਲਿਆ, ਉਹ ਕਹਿੰਦਾ ਫਿਰ ਚਾਹੇ ਗਰਮੀ ਹੋਵੇ, ਸਰਦੀ ਹੋਵੇ, ਕਿਤੇ ਵੀ ਲਿਜਾ ਕੇ ਬਿਠਾ ਦਿਓ, ਅਸੀਂ ਆਨੰਦ ਵਿੱਚ ਆ, ਕਿਉਂਕਿ ਅਸੀਂ ਆਪਣੇ ਅੰਦਰਲੇ ਆਨੰਦ ਨੂੰ ਜਾਣਿਆ। ਇਹਨੂੰ ਕਹਿੰਦੇ ਸੱਚਾ ਆਨੰਦ। ਸਮਝ ਰਹੇ ਹੋ ਕਿ ਨਹੀਂ? ਜਦੋਂ ਅੰਦਰਲੇ ਤੁਸੀਂ ਸੱਚੇ ਆਨੰਦ ਨੂੰ ਜਾਣ ਲੈਂਦੇ ਹੋ ਤਾਂ ਫਿਰ ਬਾਹਰੋਂ ਕੀ ਹੁੰਦਾ ਹੈ ਉਹਦਾ ਤੁਹਾਨੂੰ ਫਰਕ ਨਹੀਂ ਪੈਂਦਾ। ਇਸ ਲਈ ਅਸੀਂ ਕਹਿ ਰਹੇ ਹਾਂ ਮਿਹਨਤ ਕਰੋ, ਸਿਮਰਨ ਕਰੋ, ਬੰਦਗੀ ਕਰੋ, ਜਾਣੋ ਆਪਣੇ ਅੰਦਰਲੀ ਉਹ ਪਰਮ ਸ਼ਕਤੀ ਨੂੰ, ਤਾਂ ਫਿਰ ਤੁਹਾਡਾ ਜੀਵਨ ਹੀ ਬਦਲ ਜਾਏਗਾ। ਇਸ ਲਈ ਦੋ ਬਾਤੋਂ ਕੋ ਭੂਲ ਮਤ ਜੋ ਚਾਹੇ ਕਲਿਆਣ, ਨਾਰਾਇਣ ਇੱਕ ਮੌਤ ਹੈ, ਦੂਜੇ ਹੈ ਭਗਵਾਨ। ਕਿ ਇੱਕ ਤਾਂ ਆਪਣੀ ਮ੍ਰਿਤਿੂ ਨੂੰ ਸਮਝ, ਮੌਤ ਨੂੰ ਯਾਦ ਰੱਖ, ਇੱਕ ਦਿਨ ਮੈਂ ਮਰਨਾ ਹੈ। ਮੌਤ ਨੂੰ ਸਮਝਣ ਦੀ ਕੋਸ਼ਿਸ਼ ਕਰ। ਮੌਤ ਨੂੰ ਸਮਝਣ ਦਾ ਮਤਲਬ ਕੀ ਹੈ ਕਿ ਇਦਾਂ ਨਹੀਂ ਕਿ ਮੌਤ ਤੇ ਕੋਈ ਐਕਸਪੈਰੀਮੈਂਟ ਕਰਨਾ, ਉਹ ਤਾਂ ਹੋ ਹੀ ਨਹੀਂ ਸਕਦਾ ਕਦੀ ਵੀ। ਐਕਸਪੈਰੀਮੈਂਟ ਕਰਨਾ ਆਪਣੇ ਜੀਵਨ ਤੇ, ਮੈਂ ਕੌਣ ਆ, ਮੈਂ ਆਇਆ ਕਿੱਥੋਂ ਹੈ, ਮੈਂ ਜਾਣਾ ਕਿੱਥੇ ਹੈ, ਤਾਂ ਮੇਰੇ ਜੀਵਨ ਦਾ ਮਕਸਦ ਕੀ ਹੈ। ਹੁਣ ਜੀਵਨ ਦਾ ਮਕਸਦ ਪਤਾ ਕਿਸੇ ਨੂੰ? ਇਹ ਤੇ ਵੀ ਥੋੜੀ ਜਿਹੀ ਗੱਲ ਕਰ ਦਈਏ ਕਿ ਜ਼ਰਾ ਗੌਰ ਕਰਨਾ, ਇਨਸਾਨ ਜਦ ਵੀ ਕੋਈ ਚੀਜ਼ ਬਣਾਉਂਦਾ ਹੈ, ਹੁਣ ਫਰਜ਼ ਕਰੋ ਇਨਸਾਨ ਨੇ ਕੁਰਸੀ ਬਣਾਈ ਤਾਂ ਉੱਦਾਂ ਹੀ ਬਣਾ ਦਿੱਤੀ ਜਾਂ ਉਹਦੇ ਪਿੱਛੇ ਇਨਸਾਨ ਦਾ ਕੋਈ ਮਕਸਦ ਸੀ? ਜਵਾਬ ਦਿਓ ਸਾਨੂੰ।
ਕਿਉਂਕਿ ਇਨਸਾਨ ਜੋ ਵੀ ਬਣਾਉਂਦਾ ਹੈ ਨਾ ਉਹਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ ਹੈ। ਤੁਸੀਂ ਇਹ ਜਿੰਨੀਆਂ ਵੀ ਚੀਜ਼ਾਂ ਦੇਖ ਰਹੇ ਹੋ, ਬੇਸ਼ੱਕ ਤੁਸੀਂ ਉਹਦਾ ਇਸਤੇਮਾਲ ਕਰੋ ਨਾ ਕਰੋ, ਪਰ ਜਦੋਂ ਬਣਾਈ ਗਈ ਹੈ ਤਾਂ ਕਿਸੇ ਨਾ ਕਿਸੇ ਮਕਸਦ ਵਾਸਤੇ ਬਣਾਈ ਗਈ ਹੈ। ਕਿਉਂਕਿ ਬਿਨਾਂ ਮਕਸਦ ਤੋਂ ਇਨਸਾਨ ਕਦੀ ਕੁਝ ਬਣਾਉਂਦਾ ਨਹੀਂ ਹੈ। ਇੱਥੇ ਤੱਕ ਇੱਕ ਚਾਹ ਦਾ ਘੁੱਟ ਵੀ ਬੰਦਾ ਬਣਾਉਂਦਾ ਹੈ ਘਰ 'ਚ ਤਾਂ ਉਹਦੇ ਪਿੱਛੇ ਮਕਸਦ ਹੁੰਦਾ ਕਿ ਮੈਂ ਚਾਹ ਪੀਣੀ ਹੈ। ਬੰਦਾ ਇਹ ਨਹੀਂ ਕਹਿੰਦਾ, ਕੋਈ ਪੁੱਛੇ ਆ ਕੇ ਆ ਚਾਹ ਕਿਉਂ ਬਣਾਈ, ਬਸ ਦਿਲ ਕੀਤਾ ਸੀ ਬਣਾ ਦੇ, ਹੁਣ ਡੋਲ ਦਿਓ, ਬਸ ਦਿਲ ਹੀ ਕੀਤਾ ਸੀ, ਮਕਸਦ ਤਾਂ ਕੋਈ ਹੈ ਨਹੀਂ ਸੀ। ਅਗਰ ਦਿਮਾਗ ਖਰਾਬ ਆ ਤੇਰਾ, ਚਾਹ ਬਣਾਈ, ਖੰਡ ਪਾਈ, ਪੱਤੀ ਪਾਈ, ਦੁੱਧ ਪਾਇਆ, ਮਕਸਦ ਹੀ ਕੋਈ ਨਹੀਂ ਸੀ। ਤੁਸੀਂ ਕਹਿੰਦੇ ਹਾਂ ਪੀਣ ਨੂੰ ਦਿਲ ਕਰਦਾ ਸੀ, ਕਿ ਮਕਸਦ ਹੋ ਗਿਆ। ਕਿਉਂਕਿ ਕੋਈ ਵੀ ਚੀਜ਼ ਬੰਦਾ ਵਿਅਰਥ ਨਹੀਂ ਬਣਾਉਂਦਾ, ਸਮਝਦੇ ਹੋ ਕਿ ਨਹੀਂ? ਹੁਣ ਜ਼ਰਾ ਸੋਚੋ, ਤੁਸੀਂ ਕੋਈ ਚੀਜ਼ ਬਣਾਉਂਦੇ ਹੋ ਤਾਂ ਉਹਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ ਹੈ ਕਿ ਇਹ ਚੀਜ਼ ਮੈਂ ਇਸ ਲਈ ਬਣਾ ਰਿਹਾ ਹਾਂ। ਹੁਣ ਜ਼ਰਾ ਗੌਰ ਕਰਨਾ, ਮਕਸਦ ਕੀ ਹੁੰਦਾ ਹੈ? ਹੁਣ ਤੁਸੀਂ ਸਾਨੂੰ ਜਵਾਬ ਦੇਣਾ ਕਿ ਜਦੋਂ ਤੁਸੀਂ ਕੋਈ ਚੀਜ਼ ਬਣਾਉਂਦੇ ਹੋ ਤਾਂ ਉਹਦੇ ਪਿੱਛੇ ਤੁਹਾਡਾ ਮਕਸਦ ਹੁੰਦਾ ਹੈ ਕਿ ਇਹ ਚੀਜ਼ ਮੈਨੂੰ ਦੁੱਖ ਦੇਵੇ ਜਾਂ ਇਹ ਚੀਜ਼ ਮੈਨੂੰ ਖੁਸ਼ੀ ਦੇਵੇ। ਕਿਸ ਵਾਸਤੇ ਬਣਾਉਂਦੇ ਹੋ? ਜਵਾਬ ਦਿਓ, ਜਵਾਬ ਦਿਓ। ਖੁਸ਼ੀ ਵਾਸਤੇ ਬਣਾਉਂਦੇ ਹੋ ਨਾ, ਕਿ ਮੈਂ ਜੋ ਬੰਦਾ ਇੱਕ ਘਰ ਬਣਾਉਂਦਾ ਹੈ ਕਿ ਮੈਂ ਇੱਕ ਘਰ ਬਣਾਉਣਾ ਹੈ ਤਾਂ ਇਸ ਲਈ ਬਣਾਉਂਦਾ ਕਿ ਇੱਥੇ ਮੈਂ ਸੁੱਖ ਨਾਲ ਰਵਾਂ ਤਾਂ ਕਿ ਘਰ 'ਚ ਮੈਨੂੰ ਖੁਸ਼ੀ ਮਿਲੇ। ਬੰਦਾ ਇਸ ਲਈ ਨਹੀਂ ਬਣਾਉਂਦਾ ਕਿ ਘਰ ਮੈਂ ਇਸ ਲਈ ਬਣਾ ਰਿਹਾ ਇੱਥੇ ਮੈਂ ਦੁਖੀ ਰਹਿਣਾ ਹੈ, ਲੜਨਾ ਹੈ, ਝਗੜਨਾ, ਲੜਾਈਆਂ ਕਰਨੀਆਂ ਹੈ। ਨਹੀਂ, ਮਕਸਦ ਬੰਦੇ ਦਾ ਹੁੰਦਾ ਹਮੇਸ਼ਾ ਜੋ ਵੀ ਚੀਜ਼ ਬਣਾਉਂਦਾ ਹੈ ਉਹਦੇ ਪਿੱਛੇ ਖੁਸ਼ੀ ਦਾ। ਇਸ ਲਈ ਤੁਸੀਂ ਜੋ ਵੀ ਅੱਜ ਦੇਖ ਰਹੇ ਹੋ ਨਾ, ਜੇ ਰਾਈਟ ਬ੍ਰਦਰ ਨੇ ਪਲੇਨ ਬਣਾਇਆ ਤੇ ਇਹਦੇ ਪਿੱਛੇ ਮਕਸਦ ਸੀ ਇਨਸਾਨੀਅਤ ਦੇ ਭਲੇ ਦਾ, ਖੁਸ਼ੀ ਦਾ, ਕਿ ਬੰਦੇ ਨੂੰ ਕੋਈ ਆਰਾਮ ਮਿਲੇ। ਸਮਝਦੇ ਹੋ ਕਿ ਨਹੀਂ? ਜੇ ਤੁਸੀਂ ਇੱਕ ਪੇੜ ਵੀ ਲਾਉਂਦੇ ਹੋ ਤਾਂ ਉਹਦੇ ਪਿੱਛੇ ਵੀ ਮਕਸਦ ਹੁੰਦਾ ਹੈ। ਜੇ ਫਲ ਵਾਲਾ ਹੈ ਤਾਂ ਫਲ ਦਾ ਮਕਸਦ, ਨਹੀਂ ਤਾਂ ਠੰਡੀ ਛਾਂ ਦਾ ਮਕਸਦ। ਜੇ ਫੁੱਲਾਂ ਵਾਲਾ ਤਾਂ ਫੁੱਲਾਂ ਦਾ ਮਕਸਦ ਕਿ ਖੁਸ਼ਬੂ ਮਿਲੇ। ਯਾਨੀ ਹਰ ਚੀਜ਼ ਪਿੱਛੇ ਕੋਈ ਨਾ ਕੋਈ ਮਕਸਦ ਹੈ ਕਿ ਇਹਦਾ ਕੋਈ ਫਾਇਦਾ ਹੋਵੇ। ਸਮਝਦੇ ਹੋ? ਛੋਟੀ ਤੋਂ ਛੋਟੀ ਚੀਜ਼ ਵੀ ਜੋ ਘਰ 'ਚ ਤੁਸੀਂ ਰੱਖੀ ਹੈ ਨਾ ਲਿਜਾ ਕੇ, ਅੱਜ ਘਰ ਨੂੰ ਜਾ ਕੇ ਚੈੱਕ ਕਰਿਓ, ਜੇ ਤੁਸੀਂ ਇੱਕ ਸ਼ੋ ਪੀਸ ਵੀ ਛੋਟਾ ਜਿਹਾ ਰੱਖਦੇ ਹੋ ਤਾਂ ਮਕਸਦ ਹੈ ਘਰ ਸੋਹਣਾ ਲੱਗੇ, ਔਰ ਸੋਹਣਾ ਲੱਗੇਗਾ ਮੈਨੂੰ ਖੁਸ਼ੀ ਹੋਏਗੀ ਮੇਰਾ ਘਰ ਸੋਹਣਾ। ਯਾਨੀ ਛੋਟੀ ਤੋਂ ਛੋਟੀ ਚੀਜ਼ ਵੀ ਕਿਸੇ ਮਕਸਦ ਨਾਲ ਹੈ ਕਿ ਇਹ ਮੈਨੂੰ ਖੁਸ਼ੀ ਦੇਵੇ। ਸਮਝਦੇ ਹੋ ਕਿ ਨਹੀਂ? ਔਰ ਸਿਰਫ ਮੈਨੂੰ ਨਾ ਖੁਸ਼ੀ ਦੇਵੇ, ਇਹ ਦੂਜਿਆਂ ਨੂੰ ਵੀ ਖੁਸ਼ੀ ਦੇਵੇ ਤਾਂ ਕਿ ਕੋਈ ਮਹਿਮਾਨ ਆ ਕੇ ਦੇਖੇ ਉਹਨੂੰ ਵੀ ਖੁਸ਼ੀ ਮਿਲੇ। ਯਾਨੀ ਬੰਦੇ ਦਾ ਮਕਸਦ ਕੀ ਹੈ ਕਿ ਜੋ ਮੈਂ ਬਣਾਉਂਦਾ ਹਾਂ ਉਹਦੇ ਪਿੱਛੇ ਮਕਸਦ ਹੈ ਮੈਨੂੰ ਵੀ ਖੁਸ਼ੀ ਦੇਵੇ ਤਾਂ ਦੂਜਿਆਂ ਨੂੰ ਵੀ ਖੁਸ਼ੀ ਦੇਵੇ। ਹੁਣ ਜ਼ਰਾ ਸੋਚੋ, ਤੁਸੀਂ ਜੋ ਚੀਜ਼ ਬਣਾਉਂਦੇ ਹੋ ਇਸ ਮਕਸਦ ਨਾਲ ਬਣਾਉਂਦੇ ਹੋ ਮੇਰੇ ਕੰਮ ਆਵੇ, ਤਾਂ ਜੇ ਪ੍ਰਮਾਤਮਾ ਨੇ ਤੁਹਾਨੂੰ ਬਣਾਇਆ ਤਾਂ ਉਹਦੇ ਪਿੱਛੇ ਮਕਸਦ ਕੀ ਸੀ? ਬੇਕਾਰ ਬਣਾ ਦਿੱਤਾ ਪ੍ਰਮਾਤਮਾ ਨੇ। ਜੇ ਤੁਸੀਂ ਛੋਟੀ ਤੋਂ ਛੋਟੀ ਚੀਜ਼, ਇੱਕ ਚਾਹ ਬਣਾਉਣ ਨੂੰ 15 ਜਾਂ 10 ਜਾਂ 15 ਮਿੰਟ ਲੱਗਦੇ ਹੈ, ਅਗਰ ਉਹ ਵੀ ਤੁਸੀਂ ਕਿਸੇ ਮਕਸਦ ਪਿੱਛੇ ਬਣਾਉਂਦੇ ਹੋ ਕੰਮ ਆਵੇ, ਤਾਂ ਪ੍ਰਮਾਤਮਾ 9 ਮਹੀਨੇ ਲਾ ਕੇ ਤੁਹਾਨੂੰ ਬਣਾਉਂਦਾ ਹੈ, ਤਾਂ ਉਹਨਾਂ ਬੇਕਾਰ ਬਣਾ ਦਿੱਤਾ ਤੁਹਾਨੂੰ? ਇਹਦੇ ਪਿੱਛੇ ਵੀ ਮਕਸਦ ਹੈ। ਮਕਸਦ ਕੀ ਹੈ ਸਾਡੇ ਜੀਵਨ ਦਾ? ਜ਼ਰਾ ਹੁਣ ਗੌਰ ਕਰਨਾ। ਜਿੱਦਾਂ ਫੁੱਲ ਖਿਲਦਾ ਹੈ ਤਾਂ ਫੁੱਲ ਦਾ ਮਕਸਦ ਹੁੰਦਾ ਆਪਣੀ ਮਹਿਕ ਨੂੰ ਚਾਰੋਂ ਤਰਫ ਬਖੇਰਾਂ ਤਾਂ ਕਿ ਮੇਰੀ ਮਹਿਕ ਨਾਲ ਦੁਨੀਆ ਸੁੰਦਰ ਬਣ ਜਾਵੇ, ਤਾਂ ਕਿ ਜਿਹੜਾ ਮੈਨੂੰ ਦੇਖੇ ਉਹਨੂੰ ਖੂਬਸੂਰਤੀ ਦੀ ਝਲਕ ਮਿਲੇ ਕਿ ਦੁਨੀਆ ਬੜੀ ਸੁੰਦਰ ਹੈ। ਕਿਉਂਕਿ ਫੁੱਲਾਂ ਨੂੰ ਦੇਖ ਕੇ ਅਸੀਂ ਕੀ ਕਹਿੰਦੇ ਆ ਬਾਗ ਕਿੰਨਾ ਸੁੰਦਰ ਹੈ, ਕਿੰਨੀ ਮਹਿਕ ਹੈ। ਕੋਈ ਚੰਗੀ ਬਿਲਡਿੰਗ ਦੇਖਦੇ ਹਾਂ ਅਸੀਂ, ਕੋਈ ਇੰਜੀਨੀਅਰ ਚੰਗੀ ਇਮਾਰਤ ਤਿਆਰ ਕਰਦਾ ਹੈ, ਅਸੀਂ ਉਹਨੂੰ ਦੇਖ ਕੇ ਕਹਿੰਦੇ ਕਿੰਨੀ ਸੋਹਣੀ ਇਮਾਰਤ ਹੈ, ਇਹ ਸਾਡੇ ਏਰੀਏ ਦੀ ਸ਼ਾਨ ਹੈ, ਜਾਂ ਇਹਨਾਂ ਸਾਡੇ ਏਰੀਏ ਨੂੰ ਹੋਰ ਵੀ ਸੋਹਣਾ ਬਣਾ ਦਿੱਤਾ। ਯਾਨੀ ਇਨਸਾਨ ਇਮਾਰਤ ਵੀ ਬਣਾਉਂਦਾ ਹੈ, ਘਰ ਵੀ ਬਣਾਉਂਦਾ ਇਸ ਲਈ ਕਿ ਉਹ ਇਸ ਏਰੀਏ ਨੂੰ ਸੁੰਦਰ ਬਣਾਵੇ। ਸਮਝਦੇ ਹੋ ਕਿ ਨਹੀਂ? ਸਮਝ ਆ ਰਹੀ ਹੈ ਕਿ ਨਹੀਂ? ਹੁਣ ਜ਼ਰਾ ਇਸ ਨੂੰ ਆਪਣੇ ਜੀਵਨ ਦੀ ਤਰਫ ਲਿਆਓ। ਜੇ ਪ੍ਰਮਾਤਮਾ ਨੇ ਸਾਨੂੰ ਬਣਾਇਆ ਤਾਂ ਸਾਡੇ ਜੀਵਨ ਪਿੱਛੇ ਵੀ ਮਕਸਦ ਸੀ ਕਿ ਅਸੀਂ ਇਦਾਂ ਦੀ ਜ਼ਿੰਦਗੀ ਜੀਏ ਕਿ ਅਸੀਂ ਇਹ ਦੁਨੀਆ ਨੂੰ ਹੋਰ ਵੀ ਸੁੰਦਰ ਬਣਾ ਦਈਏ। ਕਿਉਂਕਿ ਜੇ ਇੱਕ ਛੋਟਾ ਜਿਹਾ ਗੁਲਾਬ ਦਾ ਫੁੱਲ ਖਿਲ ਕੇ ਬਗੀਚੇ ਦੀ ਸੁੰਦਰਤਾ ਵਧਾ ਸਕਦਾ ਹੈ, ਤਾਂ ਸਾਨੂੰ ਜੇ ਪ੍ਰਮਾਤਮਾ ਨੇ ਜੀਵਨ ਰੂਪੀ ਫੁੱਲ ਦਿੱਤਾ ਹੈ ਤਾਂ ਅਸੀਂ ਇਦਾਂ ਦੀ ਜ਼ਿੰਦਗੀ ਕਿਉਂ ਨਾ ਜੀਏ ਕਿ ਅਸੀਂ ਦੁਨੀਆ ਦੇ ਬਾਗ ਨੂੰ ਖੁਸ਼ੀਆਂ ਨਾਲ ਮਹਿਕਾ ਦਈਏ। ਕਿਉਂ ਨਹੀਂ ਅਸੀਂ ਇਦਾਂ ਦੀ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦੇ? ਕਿਉਂਕਿ ਸਾਡਾ ਵੀ ਇਹੀ ਮਕਸਦ ਹੈ, ਯਾਨੀ ਜੀਵਨ ਦੇਣ ਦਾ ਪ੍ਰਮਾਤਮਾ ਦਾ, ਕਿ ਐ ਪਿਆਰਿਆ, ਐ ਮੇਰੇ ਬੱਚੇ, ਜੇ ਮੈਂ ਤੈਨੂੰ ਭੇਜ ਰਿਹਾ ਹਾਂ ਤਾਂ ਇਸ ਲਈ ਤੈਨੂੰ ਮੈਂ ਭੇਜ ਰਿਹਾ ਕਿ ਮੇਰੇ ਬਣਾਏ ਹੋਏ ਸੰਸਾਰ ਨੂੰ ਤੂੰ ਹੋਰ ਵੀ ਸੁੰਦਰ ਬਣਾ ਸਕੇ, ਉਹਨੂੰ ਹੋਰ ਵੀ ਪਿਆਰਾ ਬਣਾ ਸਕੇ। ਜਿੱਥੇ ਪਿਆਰ ਦੀ ਕਮੀ ਹੈ ਉਹ ਕਮੀ ਤੂੰ ਪੂਰੀ ਕਰ ਸਕੇ, ਜਿੱਥੇ ਖੁਸ਼ੀ ਦੀ ਕਮੀ ਹੈ ਉਹ ਖੁਸ਼ੀ ਦੀ ਕਮੀ ਤੂੰ ਪੂਰੀ ਕਰ ਸਕੇ। ਜਿੱਦਾਂ ਇੱਕ ਬਾਪ ਇੱਕ ਮਕਾਨ ਬਣਾ ਕੇ ਬੇਟੇ ਨੂੰ ਭੇਜਦਾ ਹੈ ਕਿ ਜਾ ਬੇਟਾ ਜਾ ਕੇ ਮਕਾਨ ਨੂੰ ਸੰਭਾਲ, ਤਾਂ ਬੱਚਾ ਜਾ ਕੇ ਮਕਾਨ ਨੂੰ ਦੇਖਦਾ ਹੈ, ਇੱਥੇ ਆਹ ਕਮੀ ਇਹਨੂੰ ਪੂਰਾ ਕਰਾਂ, ਇੱਥੇ ਆਹ ਚੀਜ਼ ਦੀ ਲੋੜ ਹੈ ਇੱਥੇ ਰੱਖਾਂ, ਯਾਨੀ ਇਹ ਚੀਜ਼ ਨੂੰ ਲਿਆ ਕੇ ਰੱਖਾਂ। ਇਸੇ ਤਰ੍ਹਾਂ ਪ੍ਰਮਾਤਮਾ ਨੇ ਸਾਨੂੰ ਜਿੰਨਿਆਂ ਨੂੰ ਵੀ ਇੱਥੇ ਭੇਜਿਆ ਹੈ ਇਸ ਲਈ ਭੇਜਿਆ ਹੈ ਕਿ ਅਸੀਂ ਦੁਨੀਆ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਯੋਗਦਾਨ ਦਈਏ। ਦੁਨੀਆ ਦੇ ਵਿੱਚ ਦੁੱਖ ਜ਼ਿਆਦਾ ਹੈ, ਅਸੀਂ ਦੁਨੀਆ 'ਚ ਖੁਸ਼ੀ ਭਰਨ ਦਾ ਯੋਗਦਾਨ ਦਈਏ। ਕਿ ਜੇ ਕੋਈ ਰੋ ਰਿਹਾ ਹੈ
ਤੇ ਅਸੀਂ ਆਪਣੇ ਮਾਲਿਕ ਦੇ ਬੱਚੇ ਹਾਂ। ਔਰ ਮੇਰੇ ਮਾਲਿਕ ਦੇ ਬਣਾਏ ਹੋਏ ਇਸ ਬਾਗ ਵਿੱਚ, ਇਸ ਘਰ ਦੇ ਵਿੱਚ, ਯਾਨੀ ਸੰਸਾਰ ਵਿੱਚ ਅਗਰ ਕੋਈ ਦੁਖੀ ਹੈ ਤਾਂ ਮੈਂ ਉਹ ਦੁਖੀ ਨੂੰ ਹਸਾਉਣ ਦੀ ਕੋਸ਼ਿਸ਼ ਕਰਾਂ, ਤਾਂ ਕਿ ਮੇਰੇ ਬਾਪ ਦੇ ਬਣਾਏ ਹੋਏ ਇਹ ਸੰਸਾਰ 'ਚ ਚਾਰੋਂ ਪਾਸੇ ਖੁਸ਼ੀਆਂ ਹੋ ਜਾਣ। ਇਹ ਮਕਸਦ ਹੈ ਸਾਡਾ। ਪਰ ਕੀ ਅਸੀਂ ਉਹਨੂੰ ਪੂਰਾ ਕਰ ਰਹੇ ਹਾਂ? ਜੇ ਇਨਸਾਨ ਦੇਖੇ ਤਾਂ ਅੱਜ ਇਨਸਾਨ ਦੁਨੀਆ ਨੂੰ ਖੂਬਸੂਰਤ ਬਣਾਉਣ ਦੀ ਬਜਾਏ, ਦੁਨੀਆ ਤੇ ਖੁਸ਼ੀਆਂ ਲਿਆਉਣ ਦੀ ਬਜਾਏ, ਦੁਨੀਆ ਤੇ ਪ੍ਰੇਮ ਲਿਆਉਣ ਦੀ ਬਜਾਏ, ਅੱਜ ਇਨਸਾਨ ਕਰਮ ਐਸਾ ਕਰ ਰਿਹਾ ਕਿ ਦੁਨੀਆ ਹੋਰ ਬਦਸੂਰਤ ਹੁੰਦੀ ਜਾ ਰਹੀ ਹੈ। ਮਾੜੀ ਮਾੜੀ ਗੱਲ ਤੇ ਝਗੜੇ ਕਰਦਾ ਹੈ, ਮਾੜੀ ਮਾੜੀ ਗੱਲ ਤੇ ਲੜਾਈਆਂ ਕਰਦਾ ਹੈ, ਨਫ਼ਰਤ ਕਰਦਾ ਹੈ। ਯਾਨੀ ਜਿਹੜਾ ਸਾਡੇ ਜੀਵਨ ਦਾ ਮਕਸਦ ਸੀ, ਅੱਜ ਬੰਦਾ ਉਸ ਮਕਸਦ ਨੂੰ ਹੀ ਭੁੱਲ ਗਿਆ ਕਿ ਮੈਂ ਆਇਆ ਸੀ ਭਲਾ ਕਰਨ ਵਾਸਤੇ, ਸੰਸਾਰ ਨੂੰ ਸੁੰਦਰ ਬਣਾਉਣ ਵਾਸਤੇ। ਪਰ ਮੈਂ ਕੀ ਕਰ ਰਿਹਾ ਹਾਂ? ਮੈਂ ਸੰਸਾਰ ਨੂੰ, ਆਪਣੇ ਸਮਾਜ ਨੂੰ, ਆਪਣੇ ਗਾਉਂ ਨੂੰ, ਆਪਣੇ ਸ਼ਹਿਰ ਨੂੰ ਅੱਜ ਗੰਦਾ ਕਰ ਰਿਹਾ। ਤਾਂ ਸੋਚ ਕੇ ਦੇਖੋ। ਔਰ ਜਿਹੜਾ ਇਨਸਾਨ ਆਪਣੇ ਮਕਸਦ ਨੂੰ ਨਾ ਸਮਝਿਆ, ਉਹ ਇਨਸਾਨ ਦਾ ਜੀਵਨ ਫਿਰ ਸਫਲ ਨਹੀਂ ਹੁੰਦਾ। ਸਫਲ ਜੀਵਨ ਉਹਦਾ ਹੀ ਹੈ ਕਿ ਜਿਸ ਮਕਸਦ ਵਾਸਤੇ ਪ੍ਰਮਾਤਮਾ ਨੇ ਸਾਨੂੰ ਭੇਜਿਆ, ਜਦੋਂ ਅਸੀਂ ਉਹ ਪੂਰਾ ਕਰਦੇ ਹਾਂ। ਔਰ ਉਹ ਮਕਸਦ ਕੀ ਹੈ? ਫਿਰ ਯਾਦ ਰੱਖੋ ਕਿ ਤੁਹਾਡੀ ਵਜ੍ਹਾ ਨਾਲ ਦੁਨੀਆ ਸੁੰਦਰ ਹੋਣੀ ਚਾਹੀਦੀ ਹੈ। ਸੁੰਦਰ ਕਿੱਦਾਂ ਹੋ ਸਕਦੀ ਹੈ? ਤੁਸੀਂ ਅੱਛੀ ਕਰਨੀ ਕਰੋਗੇ, ਅੱਛੇ ਬੋਲ ਬੋਲੂਗੇ, ਤੁਸੀਂ ਕਿਸੇ ਨਾਲ ਅੱਛਾ ਬਿਹੇਵ ਕਰੋਗੇ, ਤੁਸੀਂ ਅੱਛਾ ਵਿਵਹਾਰ ਕਰੋਗੇ, ਕਿਸੇ ਨੂੰ ਦੁੱਖ ਸੁੱਖ ਵਿੱਚ ਸਾਥ ਦਓਗੇ, ਤਾਂ ਦੁਨੀਆ ਅੱਛੀ ਬਣੇਗੀ ਕਿ ਨਹੀਂ? ਫਿਰ ਇਹਦਾ ਮਤਲਬ ਤੁਸੀਂ ਵੀ ਉਹ ਮਕਸਦ ਪੂਰਾ ਕਰ ਰਹੇ ਹੋ ਜਿਸ ਵਾਸਤੇ ਪ੍ਰਮਾਤਮਾ ਨੇ ਤੁਹਾਨੂੰ ਭੇਜਿਆ, ਕਿ ਮੇਰੀ ਦੁਨੀਆ ਹੈ, ਜਾਂ ਮੇਰੇ ਪਿਆਰਿਆ ਇਹ ਦੁਨੀਆ ਨੂੰ ਹੋਰ ਸੁੰਦਰ ਬਣਾ ਦੇ, ਇਹ ਦੁਨੀਆ 'ਚ ਹੋਰ ਖੁਸ਼ੀਆਂ ਲਿਆ, ਤਾਂ ਕਿ ਮੈਂ ਤੈਨੂੰ ਭੇਜਣਾ ਡਿਊਟੀ ਦੇ ਕੇ, ਤੂੰ ਦੁਨੀਆ ਨੂੰ ਖੁਸ਼ੀਆਂ ਨਾ ਭਰ ਦੇ। ਇਸ ਲਈ ਕੁਝ ਐਸਾ ਕਰੋ ਕਿ ਤੁਹਾਡੀ ਵਜ੍ਹਾ ਨਾਲ ਲੋਕਾਂ ਦੇ ਚਿਹਰੇ ਤੇ ਮੁਸਕਰਾਹਟ ਆ ਜਾਵੇ, ਤਾਂ ਫਿਰ ਪ੍ਰਮਾਤਮਾ ਵੀ ਖੁਸ਼ ਹੋਏਗਾ। ਆ ਮੇਰਾ ਪੁੱਤ ਹੈ ਜਿਹੜਾ ਮੇਰੇ ਮਕਸਦ ਵਿੱਚ ਮੇਰਾ ਸਾਥ ਦੇ ਰਿਹਾ ਹੈ। ਕਿਉਂਕਿ ਮੈਂ ਸੰਸਾਰ ਨੂੰ ਖੁਸ਼ ਦੇਖਣਾ ਚਾਹੁੰਦਾ ਹਾਂ, ਤੇ ਮੇਰੇ ਬੱਚੇ ਹੈ, ਮੇਰੇ ਬਣਾਏ ਹੋਏ, ਇਹ ਸਭ ਨੂੰ ਖੁਸ਼ੀਆਂ ਦੇ ਰਹੇ। ਮੈਂ ਚਾਰੋਂ ਪਾਸੇ ਪਿਆਰ ਦੇਖਣਾ ਚਾਹੁੰਦਾ ਹਾਂ, ਕਿਉਂਕਿ ਲਵ ਇਜ਼ ਗੋਡ, ਪ੍ਰੇਮ ਹੀ ਪਰਮਾਤਮਾ ਹੈ। ਮੈਂ ਚਾਰੋਂ ਪਾਸੇ ਪ੍ਰੇਮ ਦੇਖਣਾ ਚਾਹੁੰਦਾ ਹਾਂ। ਆਹ ਹੈ ਮੇਰੇ ਬੱਚੇ ਜਿਹੜੇ ਚਾਰੋਂ ਪਾਸੇ ਪ੍ਰੇਮ ਫੈਲਾ ਰਹੇ ਹੈ। ਪਰ ਅੱਜ ਬੰਦਾ ਪ੍ਰੇਮ ਦੀ ਬਜਾਏ ਨਫ਼ਰਤ ਫੈਲਾ ਰਿਹਾ ਹੈ। ਅੱਜ ਦੇਖਿਆ ਨਾ, ਕਈ ਧਰਮਾਂ ਨੂੰ ਲੈ ਕੇ, ਜਾਤਾਂ ਨੂੰ ਲੈ ਕੇ ਇੱਕ ਦੂਜੇ ਦੇ ਅੰਦਰ ਇੰਨੀ ਨਫ਼ਰਤ ਭਰ ਦਿੰਦੇ ਆ, ਤੂੰ ਉਹਦੇ ਘਰ ਨਹੀਂ ਜਾਣਾ, ਤੂੰ ਉਹਦੇ ਘਰ ਦਾ ਨਹੀਂ ਖਾਣਾ, ਤੂੰ ਇਹਨੂੰ ਨਹੀਂ ਬੁਲਾਣਾ, ਤੂੰ ਉਹਨੂੰ ਨਹੀਂ ਬੁਲਾਣਾ, ਤੇਰੀ ਧਰਮ ਆਇਆ, ਤੇਰੀ ਜਾਤ ਆਇਆ, ਬਸ ਤੂੰ ਆਪਣੀ ਜਾਤੀ ਨਾਲ ਜੁੜਨਾ ਹੈ, ਦੂਜਿਆਂ ਨੂੰ ਨਫ਼ਰਤ ਕਰਨੀ ਹੈ। ਹੁਣ ਜ਼ਰਾ ਗੌਰ ਕਰਨਾ, ਇਦਾਂ ਦੇ ਸੰਤ ਮਹਾਪੁਰਸ਼ ਜਾਂ ਇਦਾਂ ਦੇ ਧਰਮ ਜੋ ਇਨਸਾਨ ਨੂੰ ਇਨਸਾਨ ਨਾਲ ਲੜਾਈ ਜਾਂਦੇ ਹੈ, ਉਹ ਇਨਸਾਨ ਨੂੰ ਪਰਮਾਤਮਾ ਨਾਲ ਕਿੱਥੋਂ ਜੋੜਨਗੇ? ਕਿਉਂਕਿ ਜਿਹੜੀ ਚੀਜ਼ ਇਨਸਾਨ ਨੂੰ ਇਨਸਾਨ ਨਾਲ ਨਹੀਂ ਜੁੜਨ ਦਿੰਦੀ, ਉਹ ਫਿਰ ਪਰਮਾਤਮਾ ਨਾਲ ਕਿੱਥੋਂ ਜੋੜੇਗੀ ਸਾਨੂੰ? ਜ਼ਰਾ ਸੋਚ ਕੇ ਦੇਖੋ ਤੁਸੀਂ। ਇਸ ਲਈ ਇੱਕ ਗੱਲ ਯਾਦ ਰੱਖੋ, ਜਿਹੜੇ ਵਾਕਈ ਪਰਮਾਤਮਾ ਦੇ ਬੱਚੇ ਹੁੰਦੇ ਆ, ਉਹ ਜਾਤ ਪਾਤ, ਊਚ ਨੀਚ ਦੀ ਕੋਈ ਪਰਵਾਹ ਨਹੀਂ ਕਰਦੇ। ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ, ਉਹਨਾਂ ਦਾ ਇੱਕੋ ਹੀ ਮਕਸਦ ਹੁੰਦਾ ਹੈ ਕਿ ਮੇਰਾ ਮਕਸਦ ਹੈ ਇਹ ਦੁਨੀਆ ਤੇ ਪ੍ਰੇਮ ਦੀ ਸ਼ਮਾ ਨੂੰ ਰੋਸ਼ਨ ਕਰਨਾ, ਖੁਸ਼ੀਆਂ ਦੀ ਸ਼ਮਾ ਨੂੰ ਰੋਸ਼ਨ ਕਰਨਾ। ਸ਼ਮਾ ਯਾਨੀ ਉਹ ਮੋਮਬੱਤੀ, ਕੈਂਡਲ, ਜਾਂ ਕਹਿ ਲਓ ਦੀਪਕ, ਕਿ ਮੈਂ ਪ੍ਰੇਮ ਦੇ ਦੀਪ ਜਲਾਣ ਆਇਆ ਹਾਂ, ਖੁਸ਼ੀਆਂ ਦੇ ਦੀਵੇ ਜਲਾਣ ਆਇਆ ਹਾਂ, ਔਰ ਮੈਂ ਇਹ ਮਕਸਦ ਨੂੰ ਪੂਰਾ ਕਰਕੇ ਜਾਣਾ ਹੈ, ਫਿਰ ਮੇਰਾ ਜਨਮ ਸਫਲ ਹੋਏਗਾ। ਸਮਝਦੇ ਹੋ ਕਿ ਨਹੀਂ? ਇਸ ਲਈ ਤਾਂ ਗੁਰੂਆਂ, ਰਹਿਬਰਾਂ, ਪੀਰਾਂ, ਫਕੀਰਾਂ ਨੂੰ, ਜਾਂ ਉਹਨਾਂ ਸਾਇੰਟਿਸਟਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਜਿਨ੍ਹਾਂ ਨੇ ਕੁਝ ਐਸਾ ਕੀਤਾ ਕਿ ਲੋਕਾਂ ਦਾ ਭਲਾ ਹੋਇਆ, ਲੋਕਾਂ ਦੇ ਜੀਵਨ 'ਚ ਸਹੂਲਤ ਮਿਲੀ, ਖੁਸ਼ੀ ਮਿਲੀ, ਆਨੰਦ ਮਿਲਿਆ, ਮੁਸਕਰਾਹਟ ਮਿਲੀ। ਜੇ ਕੋਈ ਨਿਰਾਸ਼ ਹੋ ਕੇ ਬੈਠਾ ਹੈ, ਤੁਸੀਂ ਉਹਨੂੰ ਹਿੰਮਤ ਵੀ ਦੇ ਦਿੰਦੇ ਹੋ ਨਾ, ਉੱਠ, ਫਿਕਰ ਨਾ ਕਰ, ਸਭ ਠੀਕ ਹੋਏਗਾ, ਤਾਂ ਸਮਝ ਲਓ ਤੁਸੀਂ ਆਪਣਾ ਮਕਸਦ ਪੂਰਾ ਕਰ ਰਹੇ ਹੋ, ਕਿਉਂਕਿ ਤੁਸੀਂ ਨਿਰਾਸ਼ਾ 'ਚੋਂ ਉਹਨੂੰ ਆਸ਼ਾ ਦੀ ਤਰਫ ਲੈ ਕੇ ਜਾ ਰਹੇ ਹੋ। ਸਮਝਦੇ ਹੋ ਕਿ ਨਹੀਂ? ਤਾਂ ਜਦੋਂ ਤੁਸੀਂ ਕਹੋ ਉਹ ਨਹੀਂ, ਕਰ ਲੈ ਜਿੰਨੀ ਮਰਜ਼ੀ ਕੋਸ਼ਿਸ਼, ਤੈਨੂੰ ਕਾਮਯਾਬੀ ਨਹੀਂ ਮਿਲਣੀ, ਕਰ ਲੈ ਜਿੰਨੀ ਮਰਜ਼ੀ ਕੋਸ਼ਿਸ਼, ਤੈਨੂੰ ਸਫਲਤਾ ਨਹੀਂ ਮਿਲਣੀ। ਹੁਣ ਜਿਹੜਾ ਸਾਡੀ ਹਿੰਮਤ ਨੂੰ, ਹੌਸਲੇ ਨੂੰ ਤੋੜਨ ਵਾਲਾ, ਇਹਦਾ ਮਤਲਬ ਇਹ ਸਾਨੂੰ ਡੀਮੋਟੀਵੇਟ ਕਰਦਾ ਹੈ, ਸਾਨੂੰ ਗਿਰਾਉਣ ਵਾਲਾ ਹੈ। ਔਰ ਪ੍ਰਮਾਤਮਾ ਦਾ ਕੰਮ ਗਿਰਾਣਾ ਨਹੀਂ ਹੈ, ਪ੍ਰਮਾਤਮਾ ਦੇ ਪਿਆਰਿਆਂ ਦਾ ਕੰਮ ਹੈ ਗਿਰੇ ਹੋਏ ਨੂੰ ਸਹਾਰਾ ਦੇ ਕੇ ਅੱਗੇ ਲਿਜਾਣਾ। ਇਸ ਲਈ ਮਕਸਦ ਪਤਾ ਲੱਗ ਗਿਆ ਕੀ ਹੈ ਤੁਹਾਡਾ? ਤੁਹਾਡਾ ਮਕਸਦ ਹੈ ਸੰਸਾਰ ਨੂੰ ਕਿੱਦਾਂ ਐਸੀ ਖੂਬਸੂਰਤ ਬਣਾਈਏ, ਮੁਸਕਰਾਹਟ ਕਿੱਦਾਂ ਦੁਨੀਆ ਤੇ ਲਿਆਈਏ, ਖੁਸ਼ੀ ਕਿੱਦਾਂ ਦੁਨੀਆ ਤੇ ਲਿਆਈਏ, ਕਿੱਦਾਂ ਰੋਂਦੇ ਚਿਹਰਿਆਂ ਤੇ ਮੁਸਕਰਾਹਟ ਆ ਸਕਦੀ ਹੈ। ਔਰ ਉਹ ਫੇਰ ਹੀ ਆਏਗੀ, ਪਹਿਲਾਂ ਆਪਣੇ ਅੰਦਰ ਖੁਸ਼ੀ ਪੈਦਾ ਕਰੋ, ਕਿਉਂਕਿ ਇੱਕ ਰੋਂਦਾ ਹੋਇਆ ਬੰਦਾ ਦੂਜੇ ਨੂੰ ਕਿੱਦਾਂ ਹਸਾਏਗਾ? ਜਵਾਬ ਦਿਓ ਸਾਨੂੰ। ਆਪ ਅਸੀਂ ਦੁਖੀ ਹਾਂ ਤਾਂ ਦੂਜੇ ਨੂੰ ਕਿੱਦਾਂ ਖੁਸ਼ੀ ਦੇਵਾਂਗੇ? ਇਸ ਲਈ ਸਭ ਤੋਂ ਪਹਿਲਾਂ ਮੈਡੀਟੇਸ਼ਨ, ਧਿਆਨ ਦੇ ਨਾਲ ਜੁੜੋ, ਸ਼ਬਦ ਦੇ ਨਾਲ ਜੁੜੋ, ਔਰ ਆਪਣੇ ਅੰਦਰ ਉਤਰ ਕੇ ਉਸ ਆਨੰਦ ਨੂੰ ਜਾਣੋ। ਜਦੋਂ ਤੁਸੀਂ ਆਪਣੇ ਅੰਦਰਲੇ ਆਨੰਦ ਨੂੰ ਜਾਣ ਲਿਆ, ਤਾਂ ਫਿਰ ਤੁਹਾਡੇ ਅੰਦਰ ਐਸਾ ਆਨੰਦ ਆਏਗਾ ਕਿ ਤੁਸੀਂ ਦੂਜਿਆਂ ਦੇ ਜੀਵਨ 'ਚ ਆਨੰਦ ਦੇ ਚਿਰਾਗ ਜਗਾਉਣੇ ਸ਼ੁਰੂ ਕਰ ਦੋਗੇ, ਕਿਉਂਕਿ ਇਹੀ ਤਾਂ ਖਾਸੀਅਤ ਹੈ। ਹੁਣ ਜਰਾ ਜਵਾਬ ਦੇਣਾ ਸਾਨੂੰ ਕਿ ਇੱਕ ਛੋਟਾ ਜਿਹਾ ਚਿਰਾਗ ਜਗਦਾ ਹੋਵੇ ਤਾਂ ਉਹ ਛੋਟਾ ਜਿਹਾ ਚਿਰਾਗ ਲੱਖਾਂ ਬੁਝੇ ਚਿਰਾਗਾਂ ਨੂੰ ਜਗਾ ਸਕਦਾ ਹੈ।
ਤਾਂ ਹੁਣ ਇੱਕ ਗੱਲ ਦਾ ਜਵਾਬ ਦੇਣਾ, ਜਦੋਂ ਉਹ ਛੋਟਾ ਜਿਹਾ ਚਿਰਾਗ ਹਜ਼ਾਰਾਂ ਜਾਂ ਲੱਖਾਂ ਚਿਰਾਗਾਂ ਨੂੰ ਜਗਾਏਗਾ ਤਾਂ ਕੀ ਉਹਦੀ ਰੋਸ਼ਨੀ ਨੂੰ ਫਰਕ ਪਏਗਾ? ਉਹਦੀ ਰੋਸ਼ਨੀ ਘਟੇਗੀ ਕਿ ਮੈਂ ਲੱਖਾਂ ਨੂੰ ਰੋਸ਼ਨੀ ਦਿੱਤੀ ਮੇਰੀ ਘਟ ਜਾਣੀ ਹੈ? ਨਹੀਂ, ਬਲਕਿ ਹੋਣਾ ਕੀ, ਉਲਟਾ ਹੋਣਾ ਹੈ। ਉਹਦੀ ਰੋਸ਼ਨੀ ਨਾਲ ਜਿੰਨੇ ਦੀਵੇ ਜਗਣੇ ਉਨੇ ਪ੍ਰਕਾਸ਼ ਵੀ ਫੈਲਦਾ ਚਲਾ ਜਾਣਾ ਹੈ। ਅੱਜ ਬੰਦਾ ਵੀ ਕੀ ਕਹਿੰਦਾ, ਮੈਨੂੰ ਤਾਂ ਖੁਸ਼ੀ ਮਿਲੇ, ਉਹਨੂੰ ਖੁਸ਼ੀ ਨਾ ਮਿਲੇ, ਕਿਉਂਕਿ ਉਹਨੂੰ ਖੁਸ਼ੀ ਮਿਲ ਗਈ ਮੇਰੀ ਖੁਸ਼ੀ ਘਟ ਜਾਣੀ ਹੈ। ਬੰਦਾ ਕਿਤੇ ਸੋਚ ਲੈਂਦਾ ਹੈ। ਇੱਕ ਗੱਲ ਹਮੇਸ਼ਾ ਯਾਦ ਰੱਖੋ, ਜਦੋਂ ਤੁਸੀਂ ਖੁਸ਼ੀਆਂ ਵੰਡਦੇ ਹੋ ਤੁਹਾਡੀ ਖੁਸ਼ੀ ਘਟਦੀ ਨਹੀਂ ਹੈ, ਬਲਕਿ ਤੁਹਾਡੀ ਖੁਸ਼ੀ ਕਈ ਗੁਣਾ ਵੱਧ ਜਾਂਦੀ ਹੈ। ਜਦੋਂ ਤੁਸੀਂ ਕਿਸੇ ਨੂੰ ਕਾਮਯਾਬ ਕਰਨ ਦੇ ਵਿੱਚ ਉਹਦੀ ਹੈਲਪ ਕਰਦੇ ਹੋ ਤਾਂ ਇਹ ਨਾ ਸੋਚੋ ਉਹ ਕਾਮਯਾਬ ਹੋ ਗਿਆ ਤਾਂ ਮੈਨੂੰ ਘਾਟਾ ਪਏਗਾ, ਬਲਕਿ ਜਦੋਂ ਤੁਸੀਂ ਕਿਸੇ ਨੂੰ ਕਾਮਯਾਬ ਕਰਨ ਵਿੱਚ ਉਹਦੀ ਮਦਦ ਕਰਦੇ ਹੋ ਤਾਂ ਤੁਹਾਡੀ ਕਾਮਯਾਬੀ ਉਹਦੇ ਨਾਲੋਂ ਕਈ ਗੁਣਾ ਜ਼ਿਆਦਾ ਹੁੰਦੀ ਹੈ। ਇਹ ਗੱਲ ਅਜਮਾਈ ਹੋਈ ਹੈ। ਇਸ ਲਈ ਦੂਜਿਆਂ ਦੀ ਖੁਸ਼ੀ 'ਚ ਹੀ ਤੁਹਾਡੀ ਖੁਸ਼ੀ ਹੈ, ਦੂਜਿਆਂ ਦੀ ਕਾਮਯਾਬੀ ਵਿੱਚ ਹੀ ਤੁਹਾਡੀ ਕਾਮਯਾਬੀ ਹੈ। ਇਸ ਲਈ ਇਸੇ ਲਈ ਤਾਂ ਪ੍ਰਭੂ ਨੇ ਤੁਹਾਨੂੰ ਦੁਨੀਆ ਤੇ ਭੇਜਿਆ, ਨਹੀਂ ਤਾਂ ਉਹਨੂੰ ਭੇਜਣ ਦੀ ਲੋੜ ਕੀ ਸੀ? ਹੁਣ ਤੁਸੀਂ ਘਰ ਦੇ ਵਿੱਚ ਫੁੱਲ ਲਾਉਂਦੇ ਹੀ ਕਿਉਂ? ਤਾਂ ਕਿ ਘਰ ਦੀ ਖੂਬਸੂਰਤੀ ਵਧੇ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਲਾਉਣ ਦੀ ਲੋੜ ਕੀ ਹੈ? ਤੁਸੀਂ ਘਰ 'ਚ ਕੋਈ ਵੀ ਚੀਜ਼ ਲਿਆਉਂਦੇ ਹੋ ਇਸ ਲਈ ਕਿ ਘਰ 'ਚ ਫਾਇਦਾ ਦੇਵੇ, ਨਹੀਂ ਤਾਂ ਉਹਦੇ ਲਿਆਉਣ ਦੀ ਲੋੜ ਕੀ ਹੈ? ਜੇ ਤੁਹਾਨੂੰ ਮਾਲਿਕ ਨੇ ਦੁਨੀਆ ਤੇ ਭੇਜਿਆ ਔਰ ਇਸ ਵੇਲੇ ਤੁਸੀਂ ਇੱਥੇ ਬੈਠੇ ਹੋ ਤੇ ਇਹਦਾ ਮਤਲਬ ਰੱਬ ਤੁਹਾਡੇ ਤੋਂ ਕੁਝ ਉਮੀਦ ਰੱਖਦਾ ਹੈ ਕਿ ਮੈਂ ਇਸ ਲਈ ਤੈਨੂੰ ਭੇਜਿਆ ਹੈ ਕਿ ਤੂੰ ਮੇਰਾ ਹੈ ਤਾਂ ਮੇਰੇ ਬਣਾਏ ਹੋਏ ਸੰਸਾਰ ਨੂੰ ਹੋਰ ਵੀ ਸੁੰਦਰ ਔਰ ਪਿਆਰਾ ਬਣਾ ਦੇਵੇ। ਔਰ ਅਗਰ ਇਹਦੇ 'ਚ ਤੁਸੀਂ ਯੋਗਦਾਨ ਉਲਟਾ ਦੇ ਰਹੇ ਹੋ ਤਾਂ ਫਿਰ ਸਮਝ ਲਓ ਤੁਸੀਂ ਪੁੱਤ ਨਹੀਂ ਕਪੁੱਤ। ਇਸ ਲਈ ਸਮਾਈਲ ਕਰੋ ਥੋੜਾ ਜਿਹਾ, ਠੀਕ ਹੈ? ਦਿਨ ਤਾਂ ਅੱਜ ਦੂਜਾ ਹੈ ਪਰ ਹੱਸੋ ਥੋੜਾ ਜਿਹਾ, ਕਿਉਂਕਿ ਖੁਸ਼ੀ ਵਾਸਤੇ ਅਸੀਂ ਆਏ ਹਾਂ, आनंद वास्ते ਅਸੀਂ ਆਏ ਹਾਂ। इसलिए दो बातों को भूल मत, जो चाहे कल्याण, नारायण एक मौत है, दूजे हैं भगवान। और अपने भगवान ਨੂੰ ਵੀ याद रखना है, अपने मालिक ਨੂੰ ਵੀ याद रखना है कि मैनू भेजण वाला मेरा मालिक वो सदा मेरे नाल है। इसलिए कबीर साहब ने भी कहा, काल हमारे संग रहे कैसे जीवन की आस, दिन 10 नाम संहारी ले जब लग पिंजर सांस। वो कहते जब तक पिंजरे ਵਿੱਚ यानी ये शरीर ਦੇ ਅੰਦਰ ਸਾਹ ਚੱਲ ਰਹੇ ਆ, ਰਾਮ ਨੂੰ ਸੰਭਾਲ ਲੈ, यानी प्रभु ਦਾ ਸਿਮਰਨ ਕਰ ਲੈ, ਉਹਦਾ ਨਾਮ ਜਪ ਲੈ, नहीं तो पता नहीं किहड़े वेले वो काल ने आके तेन दबोच लेना है, क्योंकि हर वेले वो तेरे सिर ते ही तो रहिंदा है। बोलो समझदे हो कि नहीं? जिद्दां एक जीव ने सवाल भी किया, वो भी हुण साडा ध्यान उधर चला गया, याद आ गया सानू कि सुनिया है कि जदों वीरवार वाले दिन किसी की मौत हुंदी तां सीधा सचखंड नूं जांदा है, और जदों बाकी दिनां 'च मरदा है तां की उहनूं सचखंड नहीं मिलदा? सब्सक्राइब कीजिए सर्व संध्या दरबार कांटिया शरीफ चैनल को और बेल आइकन दबाइए मालिक जी की लेटेस्ट सत्संग की वीडियो को सबसे पहले देखने के लिए।